ਇਹ ਜੋ ਇਹਦਾ ਪ੍ਰੋਸੈਸ ਰਹਿੰਦਾ ਆਪਰੇਸ਼ਨ ਜੋ ਸਪਾਈਨ ਦਾ ਜਦੋਂ ਰਹਿੰਦਾ ਇਹਦੇ 'ਚ ਕਿੰਨਾ ਕੁ ਟਾਈਮ ਲੱਗਦਾ ਔਰ ਪਲੱਸ ਡੇਲੀ ਰੂਟੀਨ 'ਤੇ ਵੀ ਇਹਦਾ ਕੋਈ ਅਸਰ ਰਹਿੰਦਾ? ਦੇਖੋ ਇਸ ਹੈਗਾ ਕਿ ਜਦੋਂ ਵੀ ਅਸੀਂ ਸਪਾਈਨ ਦੀ ਸਰਜਰੀ ਕਰਦੇ ਹਾਂ, ਅੱਜ ਕੱਲ੍ਹ ਜੋ ਮੈਜੋਰਿਟੀ ਸਰਜਰੀਜ਼ ਹੈਗੀਆਂ ਉਹ ਦੂਰਬੀਨ ਵਾਲੀ ਸਰਜਰੀਜ਼ ਹੈਗੀਆਂ, ਜਾਂ ਤਾਂ ਚੀਰਾ ਲੱਗਦਾ ਹੀ ਨਹੀਂ ਜਾਂ ਲੱਗਦਾ ਤਾਂ ਬਿਲਕੁਲ ਛੋਟਾ ਜਿਹਾ ਲੱਗਦਾ ਹੈ, ਕੋਈ ਟਾਂਕਾ ਨਹੀਂ ਆਉਂਦਾ। ਸੋ ਬਹੁਤ ਜ਼ਿਆਦਾ ਅਸੀਂ ਜੋ ਰੀੜ੍ਹ ਦੀ ਹੱਡੀ ਜਾਂ ਜੋ ਮਣਕੇ ਹੈ ਉਹਨਾਂ ਨੂੰ ਛੇੜਛਾੜ ਨਹੀਂ ਹੁੰਦੀ ਤਾਂ ਰਿਜ਼ਲਟਸ ਬਹੁਤ ਅੱਛੇ ਮਿਲ ਜਾਂਦੇ ਨੇ। ਬਟ ਜੋ ਆਪਰੇਸ਼ਨ ਹੈ ਉਹਦੇ ਵਿੱਚ ਜਿਹੜਾ ਅੰਦਰਲਾ ਜ਼ਖਮ ਹੈ ਉਹਨੂੰ ਭਰਨ ਦੇ ਲਈ 3 ਮਹੀਨੇ ਲੱਗ ਜਾਂਦੇ ਨੇ। ਇਸ ਦੌਰਾਨ ਅਗਰ ਅਸੀਂ ਜੋ ਧਿਆਨ ਹੈ ਉਹ ਪ੍ਰੋਪਰ ਨਹੀਂ ਰੱਖਾਂਗੇ ਤੇ ਬਿਮਾਰੀ ਦੁਬਾਰਾ ਫਿਰ ਸ਼ੁਰੂਆਤ ਹੋ ਸਕਦੀ ਹੈ। ਸੋ ਇਹ ਜਿਹੜੇ ਪਹਿਲੇ 3 ਮਹੀਨੇ ਹੈਗੇ, ਇਸ ਟਾਈਮ ਤੇ ਸਾਨੂੰ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਜੋ ਰਿਕਵਰੀ ਹੈ ਉਹ ਪ੍ਰੋਪਰ ਹੋਏ ਤੇ ਬਿਮਾਰੀ ਦੁਬਾਰਾ ਨਾ ਹੋਏ। ਆਪਰੇਸ਼ਨ ਕਰਵਾ ਲਿਆ ਤੇ ਉਸ ਤੋਂ ਬਾਅਦ ਸਪਾਈਨ ਦੇ ਆਪਰੇਸ਼ਨ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਪ੍ਰੀਕਾਸ਼ਨ ਲੈਣਾ ਚਾਹੀਦਾ? ਦੇਖੋ ਆਪਰੇਸ਼ਨ ਦੇ ਇਮੀਡੀਏਟਲੀ ਬਾਅਦ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈ ਕਿ ਬੈੱਡ ਤੋਂ ਪੇਸ਼ੈਂਟ ਨੇ ਉਤਰਨਾ ਕਿਸ ਤਰ੍ਹਾਂ। ਅਸੀਂ ਜਦੋਂ ਉੱਠਣਾ ਹੋਏ ਤਾਂ ਬਿਲਕੁਲ ਸਟ੍ਰੇਟ ਅਸੀਂ ਬੈਠ ਜਾਂਦੇ ਹਾਂ ਤੇ ਫਿਰ ਬੈੱਡ ਤੋਂ ਉਤਰਦੇ ਹਾਂ, ਲੇਕਿਨ ਇਸ ਤਰ੍ਹਾਂ ਦੇ ਪੇਸ਼ੈਂਟਸ ਨੂੰ ਪਹਿਲਾਂ ਬੈੱਡ ਦੇ ਉੱਪਰ ਸਾਈਡ ਟਰਨ ਕਰਨਾ ਚਾਹੀਦਾ ਹੈ। ਸਾਈਡ ਟਰਨ ਕਰਨ ਤੋਂ ਬਾਅਦ ਆਪਣਾ ਪੈਰ ਹਲਕਾ ਜਿਹਾ ਬੈੱਡ ਤੋਂ ਬਾਹਰ ਕਰਨਾ ਚਾਹੀਦਾ ਹੈ। ਆਪਣੀ ਜਿਸ ਤਰ੍ਹਾਂ ਮੰਨ ਲਓ ਰਾਈਟ ਸਾਈਡ ਤੋਂ ਟਰਨ ਕੀਤਾ ਤੇ ਰਾਈਟ ਸਾਈਡ ਦੀ ਜਿਹੜੀ ਕੂਹਣੀ ਹੈ ਉਹ ਤੇ ਖੱਬੇ ਹੱਥ ਦਾ ਜ਼ੋਰ ਪਾ ਕੇ ਸਾਈਡ ਤੋਂ ਉਸ ਨੂੰ ਉੱਠਣਾ ਚਾਹੀਦਾ। ਅੱਛਾ, ਸਾਈਡ ਤੋਂ ਉੱਠਣਾ, ਸਾਈਡ ਤੋਂ ਉੱਠਣਾ ਹੈ ਤੇ ਜਦੋਂ ਲੇਟਣਾ ਹੈ ਉਹ ਵੀ ਸਾਈਡ ਤੋਂ ਲੇਟਣਾ ਹੈ। ਇਹ ਇਸ ਕਰਕੇ ਜ਼ਰੂਰੀ ਹੈ, ਜਿਸ ਤਰ੍ਹਾਂ ਅਸੀਂ ਸਮਝੀਏ ਕਿ ਜੋ ਡਿਸਕ ਹੈ ਉਹਦੇ ਵਿੱਚ ਪ੍ਰੈਸ਼ਰ ਇੰਕਰੀਜ਼ ਨਹੀਂ ਹੋਣਾ ਚਾਹੀਦਾ ਤੇ ਉਹ ਜਿਹੜਾ ਡਿਸਕ ਦਾ ਪ੍ਰੈਸ਼ਰ ਹੈ ਉਹ ਤਾਂ ਹੀ ਇੰਕਰੀਜ਼ ਹੋਏਗਾ ਜਦੋਂ ਅਸੀਂ ਸਟ੍ਰੇਟ ਕੋਈ ਵੀ ਕੰਮ ਝੁਕਣ ਦਾ ਕਰਾਂਗੇ। ਸੋ ਪਹਿਲਾ ਸਟੈਪ ਤਾਂ ਹੈਗਾ कि उठना बेड तो किस तरह है तो लेटना बेड तो किस तरह है। लेनी है तो उसके लिए हमें पहले हम दाई टांग को मोड़ेंगे और सिंगल पीस में, मतलब एक लॉन्ग रोल में जाएंगे, एक पीस में मुड़ेंगे, जस्ट लाइक ऐसे मुड़ेंगे। हमारे पीठ पर कोई ट्विस्टिंग नहीं होनी चाहिए, कमर मोड़नी नहीं चाहिए, लचकनी नहीं चाहिए। तो जब भी साइड लेंगे तो ऐसे ही लेंगे, ठीक है। इसके बाद जब हम उठेंगे तो उसके लिए जैसे पहले आपने साइड ले ली है, उसके बाद दोनों टांगों को एक एक करके पहले नीचे वाली टांग को नीचे लटकाएंगे, फिर दूसरी वाली को, फिर हमने साइड लेके ही उठना है। जब भी उठेंगे तो ऐसे उठेंगे, ये चीज़ों का ध्यान रखना है। ਅਸੀਂ ਜੋ ਵਾਕਿੰਗ ਹੈ ਉਹ ਪਹਿਲੇ ਦਿਨ ਤੋਂ ਹੀ ਅਲਾਉ ਕਰ ਦਿੰਦੇ ਹਾਂ। ਸੋ ਜਿੰਨਾ ਸਰੀਰ ਬਰਦਾਸ਼ਤ ਕਰਦਾ ਹੈ ਉਨੀ ਵਾਕਿੰਗ ਪੇਸ਼ੈਂਟ ਨੂੰ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਜੋ ਮਸਲ ਦੀ ਫਿਟਨੈਸ ਹੈ, ਜੋ ਮਸਲ ਦੀ ਪਾਵਰ ਹੈ ਉਹ ਪਹਿਲੇ ਦਿਨ ਤੋਂ ਹੀ ਵਾਪਸ ਆਣੀ ਸਟਾਰਟ ਹੋ ਜਾਂਦੀ ਹੈ। ਇੱਥੇ ਹੁਣ ਜੇ ਹੁਣ ਮੈਂ ਡੇਲੀ ਰੂਟੀਨ 'ਤੇ ਆਵਾਂ, ਉਹਦੇ ਵਿੱਚ ਗੱਲ ਕਰੀਏ ਕਿ ਚੌਂਕੜੀ ਮਾਰਨਾ ਹੈ ਜਾਂ ਝੁਕਣਾ ਹੈ ਜਾਂ ਪੌੜੀਆਂ ਚੜ੍ਹਨਾ ਹੈ ਜਾਂ ਅਸੀਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂਦੇ ਉੱਥੇ ਮੱਥਾ ਟੇਕਣਾ ਹੈ, ਤੇ ਉਹ ਕਦੋਂ ਤੋਂ ਫਿਰ ਸ਼ੁਰੂ ਕਰਨਾ ਚਾਹੀਦਾ? ਇਸ ਤਰ੍ਹਾਂ ਹੈ ਕਿ ਇਹ ਜੋ ਸਪਾਈਨ ਦੇ ਆਪਰੇਸ਼ਨਸ ਹੈ ਉਹ ਵੱਖਰੇ ਵੱਖਰੇ ਹੁੰਦੇ ਨੇ, ਹਰ ਆਪਰੇਸ਼ਨ ਦਾ ਫਰਕ ਹੁੰਦਾ ਹੈ, ਲੇਕਿਨ ਆਮ ਤੌਰ 'ਤੇ ਚੌਕੜੀ ਮਾਰ ਕੇ ਬੈਠਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸੋ 2-3 ਦਿਨਾਂ ਤੋਂ ਬਾਅਦ ਪੇਸ਼ੈਂਟ ਚੌਕੜੀ ਮਾਰ ਕੇ ਬੈਠ ਸਕਦਾ ਹੈ। ਅੱਗੇ ਝੁਕ ਕੇ ਕੋਈ ਵੀ ਚੀਜ਼ ਚੱਕਣੀ ਉਹ ਘੱਟੋ ਘੱਟ 4 ਤੋਂ 6 ਹਫ਼ਤੇ ਅਵੋਇਡ ਕਰਨੀ ਚਾਹੀਦੀ ਹੈ। ਜੇ ਕਿਸੇ ਵਜ੍ਹਾ ਦੇ ਨਾਲ ਇਹ ਮੂਵਮੈਂਟ ਕਰਨੀ ਵੀ ਹੋਏ ਤੇ ਸਹਾਰਾ ਲੈ ਕੇ ਸਲੋਲੀ ਅੱਗੇ ਝੁਕ ਕੇ, ਜੇ ਮਜਬੂਰੀ ਹੋ ਜਾਏ ਤਾਂ। ਨਹੀਂ ਤਾਂ ਜੇ ਜ਼ਮੀਨ ਤੋਂ ਕੋਈ ਚੀਜ਼ ਚੱਕਣੀ ਹੈ ਤਾਂ ਬੈਸਟ ਜਿਹੜਾ ਹੈ ਉਹ ਕਿ ਸਹਾਰਾ ਲੈ ਕੇ ਤੁਸੀਂ ਸਿੱਧੇ ਬੈਠ ਜਾਓ, ਚੀਜ਼ ਨੂੰ ਫੜ ਕੇ ਖੜੇ ਹੋ ਜਾਓ ਤੇ ਜੋ ਚੀਜ਼ ਹੈ ਉਹ ਤੁਸੀਂ ਚੱਕ ਵੀ ਲਈ। ਸੋ ਝੁਕਣ ਦਾ ਵੀ ਹੋ ਗਿਆ ਕਿ ਜੇ ਮਜਬੂਰੀ ਹੋ ਵੀ ਜਾਏ ਤੇ ਬਹੁਤ ਹੀ ਸਲੋ ਮੂਵਮੈਂਟ ਹੋਣੀ ਚਾਹੀਦੀ ਹੈ। ਕੋਈ ਚੀਜ਼ ਚੱਕਣੀ ਹੈ ਤਾਂ ਬੈਠ ਕੇ ਚੱਕ ਕੇ ਖੜੇ ਹੋ ਜਾਓ। ਚੌਕੜੀ ਮਾਰ ਕੇ ਬੈਠ ਸਕਦੇ ਹਾਂ। ਸੀढ़ी ਚੜ੍ਹਨ ਦੇ ਲਈ 2-4 ਦਿਨਾਂ ਤੋਂ ਬਾਅਦ ਅਸੀਂ ਹਰ ਸੀढ़ी ਤੇ ਦੋਨੋਂ ਪੈਰ ਰੱਖ ਕੇ, ਜਿਸ ਤਰ੍ਹਾਂ ਬੱਚੇ ਛੋਟੇ ਚੜ੍ਹਦੇ ਸੀਗੇ ਉਸ ਤਰ੍ਹਾਂ ਕਰਕੇ ਅਸੀਂ ਸੀढ़ी ਚੜ੍ਹ ਸਕਦੇ ਹਾਂ। ਬਟ ਇਹ ਤੁਸੀਂ ਜੋ ਤੁਹਾਡੇ ਡਾਕਟਰ ਹੈ ਉਹਨਾਂ ਦੇ ਕੋਲੋਂ ਤੁਸੀਂ ਜ਼ਰੂਰ ਪੁੱਛ ਲਓ ਕਿ ਕਿਸ ਤਰ੍ਹਾਂ ਦਾ ਆਪਰੇਸ਼ਨ ਹੈ ਤੇ ਇਹ ਸਾਰੀ ਉਹ ਜੋ ਐਕਟੀਵਿਟੀਜ਼ ਹੈਗੀਆਂ ਉਹ ਕਦੋਂ ਤੋਂ ਸਟਾਰਟ ਕਰਨਾ ਚਾਹੁੰਦੇ ਨੇ। ਆਮ ਤੌਰ 'ਤੇ ਅਸੀਂ 2-3 ਦਿਨ ਬਾਅਦ ਇਹ ਸਭ ਚੀਜ਼ਾਂ ਅਲਾਉ ਕਰ ਦਿੰਦੇ ਨੇ ਤੇ ਹਮੇਸ਼ਾ ਪੇਸ਼ੈਂਟਸ ਨੂੰ ਅਸੀਂ ਦੱਸਦੇ ਹਾਂ ਕਿ ਜੋ ਵੀ ਇਹ ਮੂਵਮੈਂਟ ਕਰਨੀ ਹੈ ਉਨੀ ਹੀ ਕਰਨੀ ਹੈ ਜਿੰਨਾ ਤੁਹਾਡਾ ਸਰੀਰ ਬਰਦਾਸ਼ਤ ਕਰੇ। ਬੋਡੀ ਦੇ ਨਾਲ ਤੁਹਾਨੂੰ ਧੱਕਾ ਨਹੀਂ ਕਰਨਾ ਕਿ ਬੋਡੀ ਕਹਿ ਰਹੀ ਹੈ ਮੈਨੂੰ ਦਰਦ ਹੋ ਰਹੀ ਹੈ, ਮੈਨੂੰ ਤਕਲੀਫ ਹੋ ਰਹੀ ਹੈ, ਤੁਸੀਂ ਕਹੋ ਜੀ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀਗਾ ਸੀੜੀਆਂ ਚੜ੍ਹਨ ਲਈ, ਮੈਂ ਤਾਂ ਚੜੂੰਗਾ ਹੀ ਚੜੂੰਗਾ। ਸੋ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਜੇ 2 ਦਿਨ ਲੇਟ ਵੀ ਹੋ ਜਾਏ ਫਰਕ ਨਹੀਂ ਪਏਗਾ, ਲੇਕਿਨ ਇਹ ਸਭ ਚੀਜ਼ਾਂ ਆਮ ਤੌਰ 'ਤੇ ਅਸੀਂ ਕਰ ਸਕਦੇ ਹਾਂ। ਗੁਰਦੁਆਰੇ ਤੇ ਮੰਦਿਰ ਸਾਹਿਬ ਜਾਣਾ, ਚੱਲ ਕੇ ਜਾਣਾ ਉਹ ਅਸੀਂ ਕਰ ਹੀ ਸਕਦੇ ਹਾਂ।
ਤੇ ਕੋਸ਼ਿਸ਼ ਹੈ ਕਰੋ ਕਿ ਸ਼ੁਰੂ ਦੇ 2-3 ਹਫ਼ਤੇ ਪਿੱਛੇ ਕੁਰਸੀ ਤੇ ਜੇ ਬੈਠ ਜਾਓ ਤੇ ਬਹੁਤ ਵਧੀਆ ਹੈ। ਜੇ ਮੱਥਾ ਟੇਕਣਾ ਹੋਏ ਤੇ ਬਹੁਤ ਹੀ ਹੌਲੀ-ਹੌਲੀ ਝੁਕ ਕੇ 3 ਹਫ਼ਤੇ ਬਾਅਦ ਅਸੀਂ ਟੇਕ ਸਕਦੇ ਹਾਂ, ਬਟ ਕੋਸ਼ਿਸ਼ ਇਹੀ ਕਰਨੀ ਹੈ ਕਿ ਇਹ ਮੂਵਮੈਂਟ ਸਲੋ ਹੋਣੀ ਚਾਹੀਦੀ ਹੈ, ਫਾਸਟ ਨਹੀਂ ਹੋਣੀ ਚਾਹੀਦੀ। ਤੇ ਇਹਦੇ ਵਿੱਚ ਹੁਣ ਜੇ ਅੱਗੇ ਗੱਲ ਕਰਾਂ ਕਿ ਸਫ਼ਰ ਕਰਨਾ ਜਿਹੜਾ ਹੈ, ਟਰੈਵਲ ਕਰਨਾ ਹੈ, ਕਿਸੇ ਦਾ ਕੋਈ ਬਿਜ਼ਨਸ ਹੈ, ਕਿਸੇ ਦਾ ਕੋਈ ਹੋਰ ਨੌਕਰੀ ਹੈ, ਕੰਮ ਹੈ, ਜਾਣਾ ਵੀ ਪੈਂਦਾ ਹੈ, ਸਫ਼ਰ ਕਰਨਾ ਕਦੋਂ ਤੋਂ ਸ਼ੁਰੂ ਕਰੀਏ? ਆਮ ਤੌਰ ਤੇ ਅਸੀਂ 7 ਤੋਂ 10 ਦਿਨ ਦੇ ਵਿੱਚ ਸਫ਼ਰ ਸ਼ੁਰੂਆਤ ਅਲਾਉ ਕਰ ਦਿੰਦੇ ਹਾਂ, ਜਿਹਦੇ ਵਿੱਚ ਕਾਰ 'ਚ ਬੈਠ ਕੇ ਜਾਣਾ ਹੋਏ ਤੇ ਉਹ ਬੰਦਾ ਜਾ ਸਕਦਾ ਹੈ, ਡਰਾਈਵ ਨਹੀਂ? ਡਰਾਈਵ ਵੀ ਕਰ ਸਕਦਾ ਹੈ। ਅੱਛਾ। ਹਫ਼ਤੇ 10 ਦਿਨ ਦੇ ਵਿੱਚ ਆਮ ਤੌਰ ਤੇ ਕਰ ਲੈਂਦੇ ਨੇ। ਤੇ ਜਿਸ ਤਰ੍ਹਾਂ ਹੁਣ ਸੜਕਾਂ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕੋਈ ਛੋਟਾ ਮੋਟਾ ਗੱਡਾ ਹੈ ਜਾਂ ਨਹੀਂ ਹੈ, ਤੇ ਜੇ ਕਿਸੇ ਨੇ 2 ਵੀਲਰ ਚਲਾਉਣਾ ਹੈ ਤੇ ਜੋ ਆਟੋਮੈਟਿਕ ਵਾਲੀ ਸਕੂਟੀ ਹੈਗੀਆਂ ਉਹ ਇੱਕ ਬੈਟਰ ਚੋਇਸ ਹੈ, ਕਿਉਂਕਿ ਤੁਹਾਨੂੰ ਪੈਰ ਘੁਮਾ ਕੇ ਉੱਪਰ ਨਹੀਂ ਲੈ ਕੇ ਜਾਣਾ ਪੈਂਦਾ, ਜਿਵੇਂ ਮੋਟਰਸਾਈਕਲ 'ਤੇ ਲੈ ਕੇ ਜਾਣਾ ਪੈਂਦਾ। ਸੋ ਤੁਸੀਂ ਪੈਰ ਅੱਗੇ ਲੈ ਜਾ ਕੇ ਜੇ ਆਪ ਚਲਾਓਗੇ ਉਹ ਇੱਕ ਬਿਹਤਰ ਚੋਇਸ ਹੈ, ਕਿਉਂਕਿ ਤੁਸੀਂ ਆਪਣੀ ਸਪੀਡ ਆਪਣੀ ਬੋਡੀ ਦੇ ਪੇਨ ਤੇ ਝਟਕਿਆਂ ਨੂੰ ਨਾ ਲੱਗਣ ਦੇ ਹਿਸਾਬ ਨਾਲ ਡਿਸਾਈਡ ਕਰ ਸਕਦੇ ਹੋ। ਕੋਈ ਛੋਟਾ ਮੋਟਾ ਕੋਈ ਝਟਕਾ ਨਾ ਲੱਗੇ ਜਾਂ ਕੋਈ ਅੱਗੇ ਛੋਟਾ ਮੋਟਾ ਕੋਈ ਗੱਡਾ ਹੈਗਾ ਉਹਨੂੰ ਤੁਸੀਂ ਬਚਾ ਕੇ ਕਰ ਸਕਦੇ ਹੋ। ਸੋ ਬਿਹਤਰ ਹੈ ਕਿ ਤੁਸੀਂ ਆਪ ਚਲਾਓ, ਜੇ ਚਲਾਣੀ ਹੈ ਪਿੱਛੇ ਨਾ ਬੈਠ ਕੇ ਚਲਾਓ। ਸੋ ਡਰਾਈਵਿੰਗ ਡੈਫੀਨੇਟਲੀ 7 ਤੋਂ 10 ਦੇ ਵਿੱਚ ਆਪਾਂ ਸ਼ੁਰੂ ਕਰ ਸਕਦੇ ਹਾਂ। ਤੇ ਘਰ ਦਾ ਕੰਮ ਜਾਂ ਉਸ ਤੋਂ ਬਾਅਦ ਐਕਸਰਸਾਈਜ਼? ਲੇਡੀਜ਼ ਦੇ ਲਈ ਘਰ ਦਾ ਕੰਮ ਬਹੁਤ ਜ਼ਰੂਰੀ ਹੈ, ਤੇ 2 ਹਫ਼ਤੇ ਤੋਂ ਬਾਅਦ ਰੂਟੀਨ ਦਾ ਕੰਮ ਅਸੀਂ ਸਟਾਰਟ ਕਰ ਸਕਦੇ, ਜਿਹਦੇ ਵਿੱਚ ਕੋਈ ਕੱਪੜੇ ਦਾ ਮਤਲਬ ਸਾਫ਼ ਕਰਨੇ ਹੈ ਜਾਂ ਕੋਈ ਕਿਚਨ 'ਚ ਕੰਮ ਕਰਨਾ ਹੈ, ਉਹ ਖੜੇ ਹੋ ਕੇ ਕਰਨ, ਅੱਗੇ ਨਾ ਝੁਕਣ, ਤੇ ਉਨੀ ਹੀ ਦੇਰ ਕਰਨ ਜਿੰਨੀ ਦੇਰ ਤੱਕ ਉਹਨਾਂ ਨੂੰ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਜਾਂ ਉਹਨਾਂ ਦਾ ਸਰੀਰ ਉਹਨਾਂ ਨੂੰ ਅਲਾਉ ਕਰਦਾ ਹੈ। ਜੇ ਕਿਸੇ ਵੀ ਟਾਈਮ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਕਮਰ 'ਤੇ ਸਟ੍ਰੇਨ ਪੈ ਰਿਹਾ ਹੈ ਤਾਂ ਉਹ ਐਕਟੀਵਿਟੀ, ਉਹ ਕੰਮ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜੇ ਬਹੁਤ ਮਜਬੂਰੀ ਹੈ, ਕਿਸੇ ਨੂੰ ਝਾੜੂ ਜਾਂ ਪੋਚਾ ਇਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਕਿ ਉਹ ਘਰ ਦੇ ਵਿੱਚ ਕਰਨਾ ਹੀ ਕਰਨਾ ਹੈ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਝਾੜੂ ਦੇ ਨਾਲ ਨਾ ਇੱਕ ਡੰਡਾ ਲਗਾ ਕੇ ਉਹਨੂੰ ਲੰਬਾ ਕਰ ਲੈਣ, ਤਾਂ ਕਿ ਖੜੇ ਖੜੇ ਹੀ ਝਾੜੂ ਮਾਰ ਲੈਣ, ਝੁਕਣਾ ਨਾ ਪਏ। ਇਸੇ ਤਰ੍ਹਾਂ ਜੋ ਸਟੈਂਡਿੰਗ ਪੋਚਾ ਲੱਗ ਜਾਏ, ਜਿਹਦੇ ਵਿੱਚ ਮਿਲ ਜਾਂਦੇ ਅੱਜ ਕੱਲ੍ਹ ਬਾਜ਼ਾਰੋਂ ਹੀ ਮਿਲ ਜਾਂਦੇ, ਉਹ ਸਟੈਂਡਿੰਗ ਪੋਚਾ ਲਗਾਉਣ। ਫਿਰ ਉਹੀ ਕਾਨੂੰਨ ਦੀ ਗੱਲ ਹੈ ਕਿ ਜੋ ਵੀ ਕੰਮ ਕਰਨਾ ਹੈ, ਕੰਨ, ਮੋਢਾ ਤੇ ਹਿਪਸ ਸਟ੍ਰੇਟ ਲਾਈਨ 90 ਡਿਗਰੀ ਜ਼ਮੀਨ ਤੋਂ ਰਹਿ ਕੇ ਜੋ ਵੀ ਤੁਸੀਂ ਕੰਮ ਕਰੋਗੇ ਉਹਦੇ ਵਿੱਚ ਇਹ ਸੇਫਲੀ ਕਰ ਸਕਦੇ ਆ। ਐਕਸਰਸਾਈਜ਼ ਬਾਰੇ ਕਦੋਂ ਤੋਂ ਕਰਨੀ ਚਾਹੀਦੀ ਸ਼ੁਰੂ? ਐਕਸਰਸਾਈਜ਼ ਦੇ ਵਿੱਚ ਵਾਕਿੰਗ ਅਸੀਂ ਸ਼ੁਰੂਆਤ ਕਰ ਸਕਦੇ ਹਾਂ, ਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਜਿਹੜੇ ਪਹਿਲਾਂ ਐਕਟਿਵਲੀ ਵਾਕ ਕਰਦੇ ਸੀਗੇ ਉਹ 1 ਮਹੀਨੇ ਦੇ ਅੰਦਰ ਅੰਦਰ 2-3 ਕਿਲੋਮੀਟਰ ਆਰਾਮ ਨਾਲ 4 ਕਿਲੋਮੀਟਰ ਚੱਲਣਾ ਸ਼ੁਰੂ ਕਰ ਦਿੰਦੇ ਨੇ, ਤੇ ਜੋ ਉਹਨਾਂ ਦੀ ਪੁਰਾਣੀ ਮੰਨ ਲਓ ਕਿ 10 ਕਿਲੋਮੀਟਰ ਚੱਲਦਾ ਸੀਗਾ ਤਾਂ ਵਿਦ 6 ਵੀਕਸ 4 to 6 ਵੀਕਸ ਉਹ ਆਰਾਮ ਨਾਲ ਉਹ ਆਪਣਾ ਡਿਸਟੈਂਸ ਕਵਰ ਕਰਨਾ ਸ਼ੁਰੂ ਕਰ ਦਿੰਦੇ ਨੇ। ਜਿਹੜੇ ਸਪੋਰਟਸਮੈਨ ਜਾਂ ਜਿਹੜੇ ਲੋਕ ਰਨਿੰਗ ਪਹਿਲਾਂ ਕਰਦੇ ਸੀਗੇ ਜਾਂ ਬਹੁਤ ਐਕਟਿਵ ਸੀਗੇ ਸਪੋਰਟਸ ਦੇ ਵਿੱਚ, ਉਹਨਾਂ ਨੂੰ ਸਲੋ ਸਪੀਡ ਦੇ ਉੱਪਰ ਜੋਗਿੰਗ 6 ਵੀਕ ਤੋਂ ਪਹਿਲਾਂ ਨਹੀਂ ਕਰਨੀ ਚਾਹੀਦੀ। ਤੇ ਇੱਕ ਵਾਰੀ ਜਦੋਂ ਬਾਡੀ ਦੀ ਸਟਰੈਂਥ ਦੁਬਾਰਾ ਡਿਵੈਲਪ ਹੋਣੀ ਸ਼ੁਰੂ ਹੋ ਜਾਏ, ਫਿਰ ਹਲਕੀ ਸਪੀਡ ਤੇ ਜੋਗਿੰਗ, ਤੇ ਜਿਸ ਤਰ੍ਹਾਂ ਤੁਹਾਡਾ ਸਰੀਰ ਤੁਹਾਨੂੰ ਅਲਾਉ ਕਰਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਆਪਣੀ स्पीड ਤੇ डिस्टेंस दोनों बढ़ाने चाहिए। जब भी हम लेटेंगे ऑपरेशन के बाद तो अपने रिलैक्स पोजीशन में लेटेंगे, जैसे कि आप देखो हम दोनों घुटनों के नीचे जब सीधे लेटना तो दोनों घुटनों के नीचे एक तकिया रखेंगे, ठीक है। उसके बाद जब अपने साइड लेते हैं तो उसके लिए आप जब लेटेंगे तो साइड लेंगे, पहले वही लॉन्ग रोलिंग में लेंगे, उसके लिए साइड लीजिए आप, साइड लेंगे, दोनों टांगों के बीच में पिल्लो रखेंगे, नीचे वाली टांग को मोड़ेंगे, थोड़ा बेस बढ़ाएंगे, हमेशा दोनों टांगों के बीच में पिल्लो ही रखना है, ठीक है। और जाओ। नमस्कार, आज हम आपको बताएंगे कि पीठ के ऑपरेशन के बाद हमें किस किस चीज़ का ध्यान रखना है, कौन कौन सी सावधानियां रखनी है, कौन कौन सी एक्सरसाइज करनी है। उसके लिए सबसे पहले हम एक्सरसाइज से स्टार्ट करेंगे। पहले हम बोलेंगे कि 30 से 40 बार पल्लियों को ऊपर नीचे हिलाएं। आप देख रहे होंगे यहाँ पे आके, उसके बाद हमने सांस लेने की एक्सरसाइज करनी है। उसके लिए आपको क्या करेंगे, जब भी आप सांस लेंगे लंबा सांस खींचेंगे, आगे आ जाते हैं, जब भी हम खींचेंगे लंबा सांस खींचेंगे, नाक से खींचेंगे, छाती को फुलाएंगे, फिर 3 गिनने तक उसको रोकेंगे, उसके बाद छोड़ देंगे। मेरी तरफ देखिएगा। लंबा सांस कितना, जितना लंबा खींचेंगे, जितनी छाती फुला सकते हैं फुलाएंगे। उसके बाद 3 मुंह में गिनेंगे, उसके बाद छोड़ेंगे, ऐसे जैसे हम किसी की मोमबत्ती को बुझा रहे हैं, बिल्कुल लिप्स को पतला करके गोल करके,
फिर से देख लेंगे। ये वो सब चीज़ें हैं जिन्हें ऑपरेशन के बाद कर लिए। इन चीज़ों का 3 महीने तक आपने पूरा ध्यान रखना है। ध्यान रखेंगे तो सारी ज़िंदगी आपको कोई प्रॉब्लम नहीं आएगी। जब भी हमने बैठना तो एक सही पोस्चर में बैठना है। वो कैसे बैठना है वो आपको बताऊंगा, और कौन सी पोस्चर पे नहीं बैठना वो भी बताऊंगा। जब भी हम बैठेंगे तो हम सीधे बैठेंगे हमेशा, ये चीज़ में बैठेंगे। चाहे तो आप अपनी टॉवल का रोल नीचे यहाँ पे रख सकते हैं, आपकी चेयर कंफर्टेबल नहीं है, ठीक है, यहाँ बैठेंगे। हमने कभी भी ऐसे नहीं बैठना ऑपरेशन के बाद, या फिर कभी भी हमने ऐसे नहीं बैठना, ये चीज़ें नहीं बैठनी, स्लॉट नहीं बनाना, कुब नहीं निकालना हमने कभी। ऑपरेशन के बाद कौन सी चीज़ें हमने करनी है, कैसे करनी है, कौन सी चीज़ें नहीं करनी है, उन चीज़ों का क्या खास ध्यान रखना है वो भी बता रहे हैं हम आपको। जैसे हमने कोई चीज़ उठानी है, जैसे इस मग को उठाना, तो कभी भी हम ट्विस्ट नहीं करेंगे, उनको ऐसे उठा के ऐसे नहीं रखेंगे। उसके लिए हमें जाएंगे, जैसे ये मग पड़ा है, आप वहाँ जाओगे, उसको ऐसे उठाओगे, उसका पूरा घूमोगे, लॉन्ग रोल में घूमोगे, और आगे जाके आप उसको यहाँ रख दोगे। ये एक चीज़ होगी। दूसरी, कोई चीज़ हमने नीचे से उठानी है, सपोज देखिए जैसे हमारे पास ये बॉल पड़ी है यहाँ पे, तो इसको हम ऐसे नहीं उठाएंगे, कभी भी नहीं उठाएंगे, ऐसे नहीं उठाएंगे, बैक पे आपके स्ट्रेस पड़ जाएगा, ये काम नहीं करेंगे। जब भी हमने इसको उठाना है, जैसे ये बॉल पड़ी है आपके पास, तो इसको आपने अपने दोनों को, कमर को यहाँ से, हिप से, नी से और एंकल से मिल करके ऐसे उठाएंगे, ऐसे उठा लेंगे कभी। और कभी भी हमने कोई ऑपरेशन के बाद अगले 3 महीने के लिए 10 पाउंड से ऊपर वजन नहीं उठाना है, मतलब 4 से 5 किलो से ऊपर वजन नहीं उठाएंगे। इन चीज़ों को हमने खास ध्यान रखना है। अगर हमने जैसे पौड़ी चढ़नी है, जब स्टार्टिंग में हम करेंगे तो पहले हम एक पौड़ी पे पैर रखेंगे, दूसरा भी वहाँ रखेंगे। ऐसा नहीं है कि जैसे अभी आप देखेंगे स्टेज ऐसे नहीं करेंगे, ऐसे बिल्कुल नहीं करेंगे। हमने सिर्फ सिंगल स्टेज पे चलना है। ये रखेंगे, ये चढ़ेंगे, फिर अगली पे रखेंगे, अगली पे चढ़ेंगे। ये सिर्फ इन सब चीज़ों का ध्यान रखना है।